Hello, dear students. In today's lecture, we will discuss about the Fleming left hand rule and Fleming right hand rule, and I will discuss some tricks how you can remember these two rules and how you can differentiate ਕਿ ਕਿਹੜਾ ਰੂਲ ਜਿਹੜਾ ਆ ਉਹ ਕਿੱਥੇ ਲੱਗਦਾ ਆ ਤੇ how you can remember ਕਿ which is the direction of force, which is the direction of magnetic field, and what is the direction of current. So ਸਭ ਤੋਂ ਪਹਿਲੇ ਮੈਂ ਗੱਲ ਕਰਾਂਗਾ ਫਲੈਮਿੰਗ ਲੈਫਟ ਹੈਂਡ ਰੂਲ ਦੀ, ਉਸ ਤੋਂ ਬਾਅਦ ਮੈਂ ਫਲੈਮਿੰਗ ਰਾਈਟ ਹੈਂਡ ਰੂਲ ਦੀ, ਅਤੇ ਫਿਰ ਮੈਂ ਦੋਵਾਂ ਦੇ ਵਿੱਚ ਜਿਹੜਾ ਆ ਉਹਨਾਂ ਨੂੰ ਡਿਸਟਿੰਗੁਇਸ਼ ਕਰਾਂਗਾ ਕਿ ਤੁਸੀਂ ਕਿਸ ਤਰ੍ਹਾਂ ਜਿਹੜਾ ਆ ਇਹਨਾਂ ਨੂੰ ਰਿਮੈਂਬਰ ਕਰ ਸਕਦੇ ਆ। ਹਾਂ, ਸੋ ਫਲੈਮਿੰਗ ਲੈਫਟ ਹੈਂਡ ਰੂਲ ਜੋ ਤੁਸੀਂ ਦੇਖ ਸਕਦੇ ਆ ਕਿ ਇਸ ਸਲਾਈਡ ਦੇ ਵਿੱਚ ਕਿ ਜਦੋਂ ਆਪਾਂ ਕੋਈ ਵੀ ਕਰੰਟ ਕੈਰਿੰਗ ਸਟ੍ਰੇਟ ਕੰਡਕਟਰ ਨੂੰ ਆਪਾਂ ਕਿਸੇ ਮੈਗਨੈਟਿਕ ਫੀਲਡ ਦੇ ਵਿੱਚ ਲੈ ਕੇ ਜਾਂਦੇ ਆ, ਅਤੇ ਉਸ ਕੇਸ ਦੇ ਵਿੱਚ ਕੀ ਆ ਕਿ ਉਸ ਸੋਲੇਨਾਈਡ ਜਾਂ ਉਸ ਸਟ੍ਰੇਟ ਕੰਡਕਟਰ ਦੇ ਉੱਤੇ ਕੁਛ ਫੋਰਸ ਜਿਹੜੀ ਆ ਉਹ ਜਿਹੜੀ ਲੱਗਣੀ ਸ਼ੁਰੂ ਹੋ ਜਾਂਦੀ ਹੈ। ਠੀਕ ਹੈ ਨਾ। ਸੋ ਇਹ ਤਿੰਨ ਚੀਜ਼ਾਂ ਜਿਹੜੀਆਂ ਇਸ ਪਿਕਚਰ ਦੇ ਵਿੱਚ ਸਾਨੂੰ ਜਿਹੜੀਆਂ ਦਰਸਾ ਰਹੀਆਂ ਆ। ਸੋ ਵੈਨ ਐਵਰ ਵੀ ਆਰ moving a current carrying conductor, so it comes under a magnetic field, there will be a force which acts on that straight conductor, ਐਂਡ ਉਹ ਜਿਹੜੀ ਫੋਰਸ ਆ ਕਿਸ ਡਾਇਰੈਕਸ਼ਨ ਦੇ ਵਿੱਚ ਲੱਗ ਰਹੀ ਆ ਉਹ ਆਪਾਂ ਕਿਸ ਤਰ੍ਹਾਂ ਪਤਾ ਕਰ ਸਕਦੇ ਹਾਂ। ਸੋ ਵੀ ਕੈਨ ਡਿਸਕਸ ਫਰੋਮ ਫਲੈਮਿੰਗ ਲੈਫਟ ਹੈਂਡ ਰੂਲ। ਸੋ ਇਸ ਪਿਕਚਰ ਦੇ ਵਿੱਚ ਆਪਾਂ ਤਿੰਨ ਚੀਜ਼ਾਂ ਦੀ ਗੱਲ ਕਰਾਂਗੇ, ਐਫ ਬੀ ਆਈ। ਸੋ ਫਲੈਮਿੰਗ ਲੈਫਟ ਹੈਂਡ ਰੂਲ ਤੇ ਫਲੈਮਿੰਗ ਰਾਈਟ ਹੈਂਡ ਰੂਲ ਨੂੰ ਤੁਸੀਂ ਐਫ ਬੀ ਆਈ ਦੇ ਥਰੂ ਰਿਮੈਂਬਰ ਕਰ ਸਕਦੇ ਆ ਕਿ ਤਿੰਨ ਚੀਜ਼ਾਂ ਜਿਹੜੀਆਂ ਉਹ ਦੋਵਾਂ ਦੇ ਵਿੱਚ ਸਿਮਿਲਰ ਡਿਸਕਸ ਹੁੰਦੀਆਂ ਹੈ। ਐਫ ਸਟੈਂਡ ਫਾਰ ਫੋਰਸ, ਬੀ ਸਟੈਂਡ ਫਾਰ ਮੈਗਨੈਟਿਕ ਫੀਲਡ, ਐਂਡ ਆਈ ਸਟੈਂਡ ਫਾਰ ਕਰੰਟ। ਹੁਣ ਦੂਸਰੀ ਗੱਲ ਆਪਾਂ ਕਰਾਂਗੇ ਕਿ ਕਰੰਟ ਕਿਸ ਡਾਇਰੈਕਸ਼ਨ 'ਚ ਲੱਗ ਰਿਹਾ ਆ, ਮੈਗਨੈਟਿਕ ਫੀਲਡ ਕਿਸ ਡਾਇਰੈਕਸ਼ਨ ਦੇ ਵਿੱਚ ਲੱਗ ਰਹੀ ਆ, ਤੇ ਫੋਰਸ ਕਿਸ ਡਾਇਰੈਕਸ਼ਨ ਦੇ ਵਿੱਚ ਲੱਗ ਰਹੀ ਆ। ਹੁਣ ਜੇ ਤੁਸੀਂ ਇਸ ਫਿਗਰ ਦੇ ਵਿੱਚ ਧਿਆਨ ਦੇ ਨਾਲ ਦੇਖੋ, ਸੋ ਦਿਸ ਇਜ਼ ਆਵਰ ਮੈਗਨੈਟ। ਸੋ ਜਿਹੜੇ ਆ ਉਹ ਨਾਰਥ ਤੋਂ ਸਾਊਥ ਸਾਈਡ ਵੱਲ ਜਿਹੜੀ ਸਾਡੀ ਮੈਗਨੈਟਿਕ ਫੀਲਡ ਲੱਗ ਰਹੀ ਆ। ਸੋ ਮੈਗਨੈਟਿਕ ਫੀਲਡ ਇਜ਼ ਅਲੋਂਗ ਦਿਸ ਡਾਇਰੈਕਸ਼ਨ। ਸੋ ਜਿਹਨੂੰ ਆਪਾਂ ਇਸ ਫੋਰ ਫਿੰਗਰ ਦੇ ਥਰੂ ਡਿਸਕਸ ਕਰ ਸਕਦੇ ਹਾਂ ਜਾਂ ਰਿਪਰਜੈਂਟ ਕੀਤਾ ਹੋਇਆ। ਸੋ ਜਿਹੜਾ ਕਰੰਟ ਆ ਉਹ ਜਿਹੜਾ ਸੋਲੇਨਾਈਡ ਦੇ ਵਿੱਚ ਮੂਵ ਕਰ ਰਿਹਾ ਆ, ਸੋ ਦੈਟ ਇਜ਼ ਅਲੋਂਗ ਦਿਸ ਡਾਇਰੈਕਸ਼ਨ। ਸੋ ਤੁਸੀਂ ਇਹਨੂੰ ਫੋਰ ਫਿੰਗਰ ਦੇ ਥਰੂ ਰਿਪਰਜੈਂਟ ਕੀਤਾ ਹੋਇਆ ਹੈ। ਸੋ ਤੀਸਰੀ ਜਿਹੜੀ ਡਾਇਰੈਕਸ਼ਨ ਫੋਰਸ ਕਿੱਧਰ ਨੂੰ ਲੱਗੇਗੀ, ਸੋ ਦੈਟ ਇਜ਼ ਅਲੋਂਗ ਦੀ ਡਾਇਰੈਕਸ਼ਨ ਆਫ ਥੰਬ। ਠੀਕ ਆ। ਸੋ ਕਹਿਣ ਦਾ ਮਤਲਬ ਕੀ ਆ ਕਿ ਥੰਬ ਤਿੰਨ ਚੀਜ਼ਾਂ ਜਿਹੜੀਆਂ ਆਪਾਂ ਇਹਨਾਂ ਦੇ ਵਿੱਚ ਇਸਤੇਮਾਲ ਕੀਤੀਆਂ। ਥੰਬ ਜਿਹਨੂੰ ਆਪਾਂ ਅੰਗੂਠਾ ਕਹਿੰਦੇ ਆ, ਸੋ ਉਧਰ ਥੰਬ ਦੀ ਡਾਇਰੈਕਸ਼ਨ ਕਿਸ ਡਾਇਰੈਕਸ਼ਨ 'ਚ ਹੋਏਗੀ, ਜਿਹਨੂੰ ਆਪਾਂ ਕੀ ਕਵਾਂਗੇ, ਥਰਸਟ, THRUST, ਥਰਸਟ, ਜਾਂ ਇਹਨੂੰ ਆਪਾਂ ਫੋਰਸ ਕਹਿ ਦਿੰਦੇ ਆ, ਮੋਸ਼ਨ ਵੀ ਕਹਿ ਦਿੰਦੇ ਆ, ਪੰਜਾਬੀ 'ਚ ਆਪਾਂ ਇਹਨੂੰ ਬਲ ਕਹਿੰਦੇ ਆ। ਸੋ ਫੋਰਸ ਦੀਆਂ ਕਈ ਪਰਿਭਾਸ਼ਾ ਹੈ। ਠੀਕ ਹੈ ਨਾ। ਸੋ ਜਿਹੜੀ ਸਾਡੀ ਫੋਰਸ ਲੱਗ ਰਹੀ ਆ ਦੈਟ ਇਜ਼ ਅਲੋਂਗ ਦੀ ਡਾਇਰੈਕਸ਼ਨ ਆਫ ਥੰਬ। ਉਹ ਫਲੈਮਿੰਗ ਲੈਫਟ ਹੈਂਡ ਰੂਲ ਤੇ ਫਲੈਮਿੰਗ ਰਾਈਟ ਹੈਂਡ ਰੂਲ ਦੋਵਾਂ ਦੇ ਵਿੱਚ ਸੇਮ ਜਿਹੜੀ ਆ ਉਹ ਅੰਗੂਠਾ ਹੀ ਦਰਸਾਏਗਾ ਹਮੇਸ਼ਾ। ਹੁਣ ਸਾਡੇ ਕੋਲ ਫਸਟ ਫਿੰਗਰ ਜਿਹਨੂੰ ਆਪਾਂ ਫੋਰ ਫਿੰਗਰ ਵੀ ਕਹਿ ਦਿੰਦੇ ਆ, ਜਿਹੜੀ ਅੰਗੂਠੇ ਦੇ ਨਾਲ ਵਾਲੀ ਫਿੰਗਰ ਹੈ। ਸੋ ਫੋਰ ਫਿੰਗਰ ਜਿਹੜੀ ਆ ਇਟ ਰਿਪਰਜੈਂਟਸ ਫੀਲਡ, ਮੈਗਨੈਟਿਕ ਫੀਲਡ। ਸੋ ਤੁਸੀਂ ਕਿਸ ਤਰ੍ਹਾਂ ਇਹਨੂੰ ਯਾਦ ਰੱਖ ਸਕਦੇ ਆ, four finger start with F and magnetic field start with F। ठीक है। so जिस तरह thumb start with T and thrust start with T, so thumb represent the direction of thrust, forefinger represent the direction of field, and this is our center finger, this one। ਸੋ ਜਿਹਨੂੰ ਆਪਾਂ ਸੈਕਿੰਡ ਫਿਗਰ ਕਹਿ ਦਿੰਦੇ ਆ ਜਾਂ ਸੈਂਟਰ ਫਿਗਰ ਕਹਿ ਦਿੰਦੇ ਆ, ਸੈਂਟਰ ਫਿੰਗਰ। ਸੋ ਸੈਂਟਰ ਫਿੰਗਰ ਉਹ ਕੀ ਦਰਸਾ ਰਹੀ ਆ, ਇਟ ਇਜ਼ ਰਿਪਰਜੈਂਟਿੰਗ ਕਰੰਟ।
So how you can remember it? C stand for center and C stand for current. So very easily you can remember the Fleming left hand rule, that is through our FBI. तीन चीज़ां दी आपां इहदे विच गल कर रहे हैं, force, field ते current दी, and how we can explain the direction of each one. So that is through thumb, which is representing the direction of thrust, forefinger that is representing the direction of field, and center finger that is representing the direction of current. Second, Fleming right hand rule. ਹੁਣ ਬੱਚਿਓ Fleming left hand rule ਜਿਹੜਾ ਆ ਉਹ ਲੱਗਦਾ ਆ ਮੋਟਰਸ ਦੇ ਵਿੱਚ। ਇੱਕ ਗੱਲ ਹਮੇਸ਼ਾ ਯਾਦ ਰੱਖਿਓ, ਸੋ ਜਿਹੜਾ Fleming left hand rule ਆ, it is implement in electric motors। ਇਹ ਮੈਂ ਅਖੀਰ ਦੇ ਵਿੱਚ ਡਿਫਰੈਂਸ਼ੀਏਟ ਕਰਾਂਗਾ ਕਿ ਦੋਨੇ ਕਿੱਦਾਂ ਕਿੱਥੇ ਕਿੱਥੇ ਲੱਗਦੇ ਹੈਗੇ ਆ। Fleming left hand rule it is implement in electric motors। ਕੋਈ ਵੀ ਜਿਹੜੀ ਇਲੈਕਟ੍ਰਿਕ ਮੋਟਰ ਆ, ਫਾਰ ਐਗਜ਼ਾਮਪਲ ਜਿਹੜਾ ਤੁਹਾਡੇ ਘਰਾਂ ਦੇ ਵਿੱਚ ਪੱਖੇ ਹੈਗੇ ਆ ਜਾਂ ਜਿਹੜੇ ਤੁਹਾਡੇ ਕੂਲਰ ਹੈਗੇ ਆ, AC ਆ, ਸਾਰੀ ਜਿਹੜੀਆਂ ਉਹ ਕਿਸ ਤਰ੍ਹਾਂ ਚੀਜ਼ਾਂ ਰੋਟੇਟ ਹੋ ਰਹੀਆਂ ਆ, ਸੋ ਦੈਟ ਇਜ਼ ਵਿਦ ਦੀ ਹੈਲਪ ਆਫ ਮੈਗਨੈਟਿਕ ਫੀਲਡ। ਸੋ ਉਹਨਾਂ ਦੇ ਵਿੱਚ ਜਿਹੜੀ ਫੋਰਸ ਲੱਗ ਰਹੀ ਆ, ਸੋ ਦੈਟ ਇਜ਼ ਵਿਦ ਦਿਸ ਫਾਰਮੂਲਾ BIL। मैं बहुता डिटेल ਦੇ ਵਿੱਚ नहीं ਜਾਵਾਂਗਾ बिकॉज इट इज़ वेरी मच इन डिटेल इन 11th एंड 12th ਦੇ ਵਿੱਚ ਕਾਫੀ डिटेल ਦੇ ਵਿੱਚ ਹੈ टॉपिक, बट 10th ਲੈਵਲ ਦੀ ਆਪਾਂ ਗੱਲ ਕਰ ਰਹੇ ਹਾਂ। ਸੋ 10th ਲੈਵਲ ਤੱਕ ਆਪਾਂ ਜਸਟ ਤੁਹਾਨੂੰ ਥੋੜੇ ਜਿਹੇ ਟ੍ਰਿਕਸ ਦੇਣੇ ਆ ਕਿ ਤੁਸੀਂ ਕਿਸ ਤਰ੍ਹਾਂ ਇਹਨੂੰ ਰਿਮੈਂਬਰ ਕਰ ਸਕਦੇ ਆ। ਸੋ ਜਿਹੜੀ ਮੋਟਰਸ ਦੇ ਵਿੱਚ ਜਿਹੜੀ ਸਾਡੇ ਕੋਲ ਫੋਰਸ ਜਨਰੇਟ ਹੋ ਰਹੀ ਆ, ਉਹ ਕਿਸ ਡਾਇਰੈਕਸ਼ਨ ਦੇ ਵਿੱਚ ਹੋ ਰਹੀ ਆ, ਦੈਟ ਵੀ ਕੈਨ ਆਇਡੈਂਟੀਫਾਈ ਫਰੋਮ Fleming ਲੈਫਟ ਹੈਂਡ ਰੂਲ। ਸੋ Fleming right hand rule ਜਿਹੜਾ ਆ, it is applicable in electrical generators। ਸੋ ਜਿਹਨੂੰ ਆਪਾਂ ਡਾਇਨਮੋ ਵੀ ਕਹਿ ਦਿੰਦੇ ਆ, ਡਾਇਨਮੋ ਜਿਹੜੇ ਘਰਾਂ ਦੇ ਵਿੱਚ ਜਨਰੇਟਰ ਲੱਗੇ ਹੁੰਦੇ ਆ। ਸੋ ਉਸ ਕੇਸ ਦੇ ਵਿੱਚ ਜਿਹੜੀ ਆ ਕੀ ਕਰ ਰਹੇ ਆ ਆਪਾਂ, ਅਗੇਨ ਜਿਹੜਾ BIL ਆਪਾਂ ਫਾਰਮੂਲਾ ਲਗਾ ਰਹੇ ਆ। ਹੁਣ ਇਲੈਕਟ੍ਰਿਕ ਮੋਟਰ ਦੇ ਵਿੱਚ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਬੱਚਿਓ, ਸੋ ਉਸ ਕੇਸ ਦੇ ਵਿੱਚ ਆਪਾਂ ਕੀ ਕਰ ਰਹੇ ਹਾਂ ਕਿ ਅਸੀਂ ਕੋਈ ਵੀ ਜਿਹੜਾ ਸਟੇਟ ਸੋਲੇਨਾਈਡ ਆ ਉਹਦੇ ਵਿੱਚੋਂ ਕਰੰਟ ਮੂਵ ਕਰ ਰਿਹਾ ਆ, ਜਦੋਂ ਆਪਾਂ ਉਹਨੂੰ ਕਿਸੇ ਮੈਗਨੈਟਿਕ ਫੀਲਡ ਦੇ ਵਿੱਚ ਲੈ ਕੇ ਆਉਂਦੇ ਆ ਤੇ ਉਹਦੇ ਉੱਤੇ ਫੋਰਸ ਲੱਗਦੀ ਆ। ਸੋ ਠੀਕ ਹੈ ਨਾ, ਉਹ ਕਿੰਨੀ ਫੋਰਸ ਲੱਗਦੀ ਆ, ਸੋ ਉਹ ਜਿੰਨੀ ਫੋਰਸ ਲੱਗੇਗੀ ਉਨੀ ਫੋਰਸ ਦੇ ਨਾਲ ਜਿਹੜੀ ਸਾਡੀ ਆ ਉਹ ਮੋਟਰ ਘੁੰਮ ਰਹੀ ਆ, ਠੀਕ ਹੈ ਨਾ। ਸੋ ਸਿਮਿਲਰ ਇਸ ਵਿੱਚ ਆਪਾਂ ਕੀ ਦੇ ਰਹੇ ਹਾਂ, ਅਸੀਂ ਮੈਗਨੈਟਿਕ ਫੀਲਡ ਤੇ ਕਰੰਟ ਦੇ ਰਹੇ ਹਾਂ ਤੇ ਅਸੀਂ ਜਿਹੜੀ ਫੋਰਸ ਆ ਉਹਨੂੰ ਕੈਲਕੂਲੇਟ ਕਰ ਰਹੇ ਹਾਂ। ਜਦ ਕਿ ਜਿਹੜਾ ਜਨਰੇਟਰ ਆ ਉਹਦੇ ਵਿੱਚ ਆਪਾਂ ਜਦੋਂ ਉਹਨੂੰ ਫੋਰਸਫੁਲੀ ਕੋਈ ਜਿਹੜਾ ਸੋਲੇਨਾਈਡ ਆ ਉਹਨੂੰ ਆਪਾਂ ਰੋਟੇਟ ਕਰਦੇ ਆ, ਸੋ ਕਿੰਨੀ ਫੋਰਸ ਦੇ ਨਾਲ ਆਪਾਂ ਉਹਨੂੰ ਰੋਟੇਟ ਕਰਦੇ ਆ, ਮੈਗਨੈਟਿਕ ਫੀਲਡ ਜਿਹੜੀ ਆ ਜਨਰੇਟਰ ਦੇ ਅੰਦਰ ਕੋਇਲਾਂ ਦੇ ਵਿੱਚ ਲੱਗੀ ਹੁੰਦੀ ਆ। ਸੋ ਜਿਹਦੇ ਕਰਕੇ ਜਿਹੜਾ ਆ ਇਲੈਕਟ੍ਰੋਮੈਗਨੈਟਿਕ ਇੰਡਕਸ਼ਨ ਦੇ ਥਰੂ ਜਿਹੜਾ ਆ ਇੰਡਿਊਸਡ EMF ਦੇ ਥਰੂ ਕਿੰਨਾ ਕਰੰਟ ਜਨਰੇਟ ਹੋ ਰਿਹਾ ਆ, ਸੋ ਉਹ ਕਰੰਟ ਜਿਹੜਾ ਆਪਾਂ ਜਨਰੇਟ ਕਰ ਸਕਦੇ ਹਾਂ ਵਿਦ ਦੀ ਹੈਲਪ ਆਫ ਦਿਸ ਜਨਰੇਟਰ। ਸੋ ਉਸ ਕੇਸ ਦੇ ਵਿੱਚ ਜਿਹੜਾ Fleming ਰਾਈਟ ਹੈਂਡ ਰੂਲ ਜਿਹੜਾ ਆ ਉਹ ਕਾਫੀ ਜਿਹੜਾ ਆ ਉਹ ਮਦਦ ਕਰਦਾ ਆ ਇਹਦੇ ਵਿੱਚ। ਹਾਲਾਂਕਿ ਇਹ ਸਾਨੂੰ ਕਰੰਟ ਦੀ ਡਾਇਰੈਕਸ਼ਨ ਹੀ ਦੱਸਦਾ ਆ ਕਿ ਕਰੰਟ ਦਾ ਕਿੰਨਾ ਮੈਗਨੀਟਿਊਡ ਆ, ਇਟ ਡਜ਼ ਨਾਟ ਟੈਲ ਅਸ ਅਬਾਊਟ ਦੀ ਮੈਗਨੀਟਿਊਡ ਆਫ ਦੀ ਕਰੰਟ, ਠੀਕ ਹੈ ਨਾ। ਸੋ ਅਗੇਨ ਇਹਦੇ ਵਿੱਚ ਵੀ ਤਿੰਨ ਚੀਜ਼ਾਂ ਜਿਹੜੀਆਂ ਆ ਉਹ ਗੱਲ ਆਪਾਂ ਕੀਤੀ ਆ, ਦੈਟ ਇਜ਼ FBI। ਤਿੰਨ ਚੀਜ਼ਾਂ ਜਿਹੜੀਆਂ ਆ ਉਹਦੀ ਗੱਲ ਹੋਈ ਆ, F stand for force, B stand for magnetic field and I stand for current। ਹੁਣ ਇਸ ਕੇਸ ਦੇ ਵਿੱਚ ਬੱਚਿਓ ਤੁਸੀਂ ਦੇਖੋਗੇ ਕਿ ਜਿਹੜੀ ਫੋਰਸ ਆ that is again represent with thumb। T ਤੋਂ ਆਪਾਂ ਕਹਿਤਾ thumb, T ਤੋਂ ਕਹਿਤਾ thrust। ਫਸਟ ਫਿੰਗਰ ਜਿਹੜੀ ਆ ਜਿਹਨੂੰ ਆਪਾਂ ਫੋਰ ਫਿੰਗਰ ਵੀ ਕਹਿ ਦਿੰਦੇ ਆ, so that is representing field। and center finger that is representing current। so ਦੋਵਾਂ ਰੂਲਸ ਦੇ ਵਿੱਚ ਜਿਹੜੀ ਕਿਹੜੀ ਚੀਜ਼ ਸਿਮਿਲਰ ਆ, ਸੋ ਦੋਵਾਂ ਰੂਲਸ ਦੇ ਵਿੱਚ ਤਿੰਨ ਚੀਜ਼ਾਂ ਜਿਹੜੀਆਂ ਆ ਉਹ
ਇੰਪਲੀਮੈਂਟ ਹੋ ਰਹੀਆਂ ਆ, ਦੈਟ ਇਜ਼ ਐਟ ਰਾਈਟ ਐਂਗਲ ਟੂ ਈਚ ਅਦਰ। ਹੁਣ ਜੇ ਤੁਸੀਂ ਇਸ ਫਿਗਰ ਦੇ ਵਿੱਚ ਦੇਖੋਗੇ ਕਿ ਜਿਹੜੀ ਸਾਡੇ ਕੋਲ ਫੋਰਸ ਆ ਜਾਂ ਜਿਹੜੀ ਮੈਗਨੈਟਿਕ ਫੀਲਡ ਲੱਗ ਰਹੀ ਆ ਜਾਂ ਜਿਹੜਾ ਕਰੰਟ ਆ, ਸੋ ਦੇ ਆਰ ਪਰਪੈਂਡੀਕੂਲਰ ਟੂ ਈਚ ਅਦਰ, ਇਹ ਆਪਸ ਦੇ ਵਿੱਚ 90 ਡਿਗਰੀ ਦੇ ਉੱਤੇ ਆ। ਸੋ ਇਸੇ ਤਰ੍ਹਾਂ ਹੀ ਲੈਫਟ ਹੈਂਡ ਰੂਲ ਦੇ ਵਿੱਚ ਵੀ ਤਿੰਨ ਚੀਜ਼ਾਂ ਜਿਹੜੀਆਂ ਆ ਉਹੀ ਲੱਗ ਰਹੀਆਂ ਆ। ਸੋ ਫਰਕ ਕੀ ਆ? ਫਰਕ ਜਿਹੜਾ ਆ ਦੈਟ ਇਜ਼ ਓਨਲੀ ਵਿਦ ਦੀ ਡਾਇਰੈਕਸ਼ਨ ਆਫ ਕਰੰਟ, ਕਿ ਜਿਹੜਾ ਰਾਈਟ ਹੈਂਡ ਤੇ ਲੈਫਟ ਹੈਂਡ ਰੂਲ ਦੇ ਵਿੱਚ ਜਿਹੜੀ ਕਰੰਟ ਦੀ ਡਾਇਰੈਕਸ਼ਨ ਆ ਉਹ ਓਪੋਜ਼ਿਟ ਹੈਗੀ ਆ। ਠੀਕ ਹੈ, ਸੋ ਦਿਸ ਇਜ਼ ਦੀ ਕਲੀਅਰ ਪਿਕਚਰ ਕਿ ਜਿਹੜਾ ਫਲੈਮਿੰਗ ਲੈਫਟ ਹੈਂਡ ਰੂਲ ਆ ਦੈਟ ਇਜ਼ ਐਪਲੀਕੇਬਲ ਔਨ ਇਲੈਕਟ੍ਰੀਕਲ ਮੋਟਰਸ। ਠੀਕ ਆ, ਕਿ ਜਦੋਂ ਆਪਾਂ ਕੋਈ ਸਟ੍ਰੇਟ ਸੋਲੇਨਾਈਡ ਆ ਜਿਹੜਾ ਉਹਨੂੰ ਆਪਾਂ ਕਿਸੇ ਮੈਗਨੈਟਿਕ ਫੀਲਡ ਵਾਲੇ ਆਪਰੇਟਸ ਦੇ ਵਿੱਚ ਲੈ ਕੇ ਆਨੇ ਆ, ਸੋ ਉਸ ਕੇਸ ਦੇ ਵਿੱਚ ਕੀ ਆ ਕਿ ਉਸ ਸੋਲੇਨਾਈਡ ਦੇ ਉੱਤੇ ਕੁਝ ਥਰਸਟ ਲੱਗ ਰਹੀ ਆ, ਕੁਝ ਫੋਰਸ ਲੱਗ ਰਹੀ ਆ। ਸੋ ਜਿਹੜੀ ਫੋਰਸ ਦੇ ਕਰਕੇ ਕੀ ਆ ਉਹ ਜਿਹੜਾ ਸਾਡਾ ਸਟ੍ਰੇਟ ਸੋਲੇਨਾਈਡ ਆ ਉਹ ਘੁੰਮਣ ਲੱਗ ਪੈਂਦਾ ਹੈ। ਠੀਕ ਹੈ ਨਾ, ਸੋ ਉਹ ਕਿੱਦਾਂ ਘੁੰਮਦਾ ਆ, ਜਿਹਦੇ ਕਰਕੇ ਸਾਡੀ ਕੋਈ ਜਿਹੜੀ ਇਲੈਕਟ੍ਰਿਕ ਮੋਟਰ ਆ ਉਹ ਘੁੰਮਣ ਲੱਗ ਪੈਂਦੀ ਆ। ਠੀਕ ਹੈ, ਸੋ FBI ਦੇ ਨਾਲ ਤੁਸੀਂ ਰਿਮੈਂਬਰ ਕਰ ਸਕਦੇ ਆ ਇਹਨੂੰ। ਠੀਕ ਹੈ ਨਾ, ਤੇ ਰਾਈਟ ਹੈਂਡ ਰੂਲ ਜਿਹੜਾ ਹੈ ਇਟ ਇਜ਼ ਐਪਲੀਕੇਬਲ ਔਨ ਜਨਰੇਟਰਸ। ਠੀਕ ਹੈ, ਸੋ ਇਹਦੇ ਵਿੱਚ ਵੀ ਤਿੰਨ ਚੀਜ਼ਾਂ ਦੀ ਆਪਾਂ ਗੱਲ ਕੀਤੀ ਹੈ, ਦੈਟ ਇਜ਼ FBI, ਫੋਰਸ, ਮੈਗਨੈਟਿਕ ਫੀਲਡ ਐਂਡ ਕਰੰਟ। ਐਂਡ ਤੁਹਾਨੂੰ ਮੈਂ ਦੱਸ ਦਿੱਤਾ ਹੈ ਕਿ ਤੁਸੀਂ ਰਿਮੈਂਬਰ, ਆਈ ਰਿਪੀਟ ਇਟ ਅਗੇਨ, ਕਿ ਜਿਹੜੀ ਥਰਸਟ ਆ ਦੈਟ ਇਜ਼ along the direction of thumb, magnetic field that is along the direction of forefinger, and current that is along the direction of center finger. So this is how you can remember with some tips and tricks, and you can solve various numerical problems। ਕਿ ਕੋਈ ਤੁਹਾਨੂੰ ਪਿਕਚਰ ਦਿੱਤੀ ਹੋਈ ਆ, ਸੋ ਉਹਦੇ ਥਰੂ ਤੁਸੀਂ ਦੱਸ ਸਕਦੇ ਆ ਕਿ if magnetic field along this direction, current is along this direction, and how you can calculate the force in which direction. So hope you have understand this topic, and see you in the next lecture. Goodbye.